in any language can understand the Gurbani, once he understands by translation or by any means, ਤਾਂ ਉਸਨੂੰ ਭਾਖਿਆ ਭਾਵ ਭਰ ਸਮਝ ਆ ਜਾਂਦੀ ਹੈ, ਸੱਚ ਸਮਝ ਆ ਜਾਂਦਾ ਹੈ। ਉਹ ਇਸੇ ਪਰਾਏ ਘਰਾਂ 'ਤੇ ਝਾਕਣਾ ਛੱਡ ਦਿੰਦਾ। ਮਾਨੋ ਸਤਿਗੁਰ ਦੀ ਗੱਲ ਉਸਨੇ ਸੁਣ ਲਈ, ਮਾਨੋ ਸਤਿਗੁਰ ਦੀ ਗੱਲ 'ਤੇ ਟੁਰ ਪਿਆ, ਕਿਉਂਕਿ ਉਹ ਗੁਰ ਕੈ ਭਾਣੇ ਜੋ ਚੱਲੈ ਭਾਈ। ਵਾਲੀ ਜੀਵਨੀ ਸਿੱਖਣਾ ਚਾਹੁੰਦਾ ਹੈ, ਆਪਣੇ ਭਾਣੇ ਜੋ ਚੱਲੈ ਭਾਈ ਵਾਲੀ ਜੀਵਨੀ ਤੋਂ ਛੁੱਟ ਗਿਆ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਵਾਲੀ ਜੀਵਨੀ ਸਿੱਖ ਗਿਆ। ਉਹ ਹੁਣ ਕਹਿੰਦੇ ਨੇ, ਦੇਖ ਗੁਰੂ ਅਰਜਨ ਪਾਤਸ਼ਾਹ ਨਾ ਸਾਨੂੰ ਸ਼ਲੋਕ ਮਹਿਲਾ 5ਵਾਂ ਸਿਖਾਉਂਦੇ ਨੇ। ਕਹਿੰਦੇ ਬਾਹਰ ਵਿਡਾਨੜੇ, ਵਿਡਾਨੜੇ ਲਫ਼ਜ਼ ਬਣਿਆ ਵਿਡਾਣੀ, ਜਿਨ੍ਹਾਂ ਵਿਡਾਣੀ ਆਸ, ਜਿਨ੍ਹਾਂ ਨੂੰ ਦੂਜਿਆਂ ਦੀ ਆਸ ਹੋਵੇ ਨਾ, ਹੋਰ ਕਿਸੇ ਨੂੰ ਤੱਕਣਾ, ਹੋਰ ਕਿਸੇ ਦਾ ਆਸਰਾ ਲੱਭਣਾ। ਧਰ ਜੀੜੇ ਇੱਕ ਟੇਕ ਤੂੰ ਨਾ ਕਰਨਾ, ਲਾਏ ਬਿਡਾਣੀ ਆਸ ਵਾਲੀ ਜੀਵਨੀ 'ਚ ਪੈ ਜਾਣਾ। ਤਾਂ ਗੁਰੂ ਸਾਹਿਬ ਕਹਿੰਦੇ ਨੇ ਬਾਹਰ ਵਿਡਾਨੜੇ ਹੁਮਸ ਧੁੰਮਸ ਕੂਕਾਂ ਪਈਆਂ ਰਾਹੀ। ਰਾਹੀ ਹੁੰਦਾ ਇੱਕ ਰਸਤੇ 'ਤੇ ਜਾਣ ਵਾਲਾ ਮਨੁੱਖ। ਕਿਤਨੇ ਸਿੰਪਲ ਸੌਖੇ ਸਾ ਅਰਥ ਹਨ। ਹੁਮਸ ਧੁੰਮਸ ਹੁੰਦਾ, ਕੂਕਾਂ ਪਈਆਂ ਹੁੰਦਾ ਕਿ ਜਦੋਂ ਤੁਸੀਂ ਵੱਡੇ ਵੱਡੇ ਸੋਹਣੇ ਸੋਹਣੇ ਕੋਠੀਆਂ ਔਰ ਮਕਾਨਾਂ ਦੇ ਬਾਹਰੋਂ ਲੰਘਦੇ ਹੋ ਨਾ ਰਾਹੀ ਬਣ ਕੇ, ਤਾਂ ਉੱਥੇ ਪਤਾ ਕੀ ਹੁੰਦਾ, ਡਿਫਰੈਂਟ ਕਿਸਮ ਦੇ ਮਿਊਜ਼ਿਕ ਸੁਣਾਈ ਦਿੰਦੇ ਨੇ। ਜੇ ਅੱਜ ਉਸ ਵੱਡੀ ਕੋਠੀ ਦੇ ਬਾਹਰ ਗੇਟ ਦੇ ਉੱਥੇ ਮਕਾਨ ਦੇ ਬਾਹਰ ਵਿਆਹ ਹੋ ਰਿਹਾ ਤਾਂ ਤੈਨੂੰ ਕੂਕਾਂ, ਤੈਨੂੰ ਮਿਊਜ਼ਿਕ, ਬੈਂਡ ਵਾਜੇ ਵਿਆਹ ਸ਼ਾਦੀ ਦੇ ਸੁਣਾਈ ਦੇਣਗੇ, ਹਾਸੇ ਖੇਡੇ ਦੇ ਮਿਊਜ਼ਿਕ ਸੁਣਾਈ ਦੇਣਗੇ, ਭਾਂਗੜੇ ਪਾਉਣ ਵਾਲੇ ਢੋਲ ਸੁਣਾਈ ਦੇਣਗੇ। ਪਰ ਜੇ ਤੂੰ ਉੱਥੋਂ ਹੀ ਲੰਘਦਾ ਪਿਆ, ਤੂੰ ਕਹੇਂਗਾ ਅੱਜ ਇੱਥੇ ਕੀ ਹੋਇਆ ਹੈ, ਸੋਤਾ ਕਿਉਂ ਪੈ ਗਿਆ, ਪਤਾ ਲੱਗਾ ਅੰਦਰ ਕੋਈ ਮਰ ਗਿਆ, ਇਸ ਕਰਕੇ ਅੱਜ ਇੱਥੇ ਸਾਰੇ ਉਦਾਸ ਹਨ। ਤੈਨੂੰ ਨਾ ਉੱਥੇ ਸੁੱਖ ਅਤੇ ਦੁੱਖ ਦੇ ਮਿਊਜ਼ਿਕ ਸੁਣਾਈ ਦੇਣਗੇ। ਉੱਥੇ ਤੈਨੂੰ ਕਦੇ ਮਨ ਡੱਕੇ ਡੋਲੇ ਖਾਂਦਾ, ਕਬੂ ਜੀੜਾ ਉਬ ਚੜ੍ਹਤ ਹੈ ਕਬੂ ਜਾਏ ਪਿਆਲੇ ਵਾਲਾ। ਤੇਰਾ ਮਨ ਕਦੇ ਸੁਖੀ ਹੈ, ਕਦੇ ਦੁਖੀ ਹੈ, ਕਦੇ ਖੁਸ਼ ਹੈ, ਕਦੇ ਗਮ ਹੈ। ਇਹਨਾਂ ਚੱਕਰ ਵਿੱਚ ਪਿਆ ਨਾ, ਤੈਨੂੰ ਦੂਜਿਆਂ ਦੇ ਘਰਾਂ ਦੇ ਬਾਹਰ ਮਿਊਜ਼ਿਕ ਸੁਣਾਈ ਦੇਗਾ। ਇਸ ਕਰਕੇ ਬਾਹਰ ਪਰਾਏ, ਬਾਹਰ ਵਿਡਾਨੜੇ ਹੁਮਸ ਧੁੰਮਸ ਨਾ ਦੇਖਿਆ ਕਰ। ਬਾਹਰ ਪਰਾਇਆ ਨਾ ਤੱਕਿਆ ਕਰ। ਬਾਹਰ ਵਿਡਾਨੜੇ ਹੁਮਸ ਧੁੰਮਸ ਕੂਕਾਂ ਪਈਆਂ ਰਾਈ। ਹੁਣ ਕਲਿਊ ਦਿੰਦੇ ਨੇ, ਤਉ ਸ਼ੈ ਸੇਤੀ ਲਗੜੀ ਡੋਰੀ। ਸ਼ੈ ਮੇਰੇ ਪ੍ਰੀਤਮ ਮਾਲਕ ਜੀ, ਮੈਂ ਆਪਣੀ ਨਾ ਡੋਰੀ ਤੁਹਾਡੇ ਨਾਲ ਬੰਨੀ ਹੈ। ਤੌਸ਼ੈ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ। ਇਹ ਦੁਨੀਆ ਜੰਗਲ ਹੈ ਅਤੇ ਇਸ ਬਨ ਰੂਪੀ ਜੰਗਲ ਦੇ ਵਿੱਚ ਜੀਂਦੇ ਜੀਣਾ ਮੈਨੂੰ ਸਮਝ ਆ ਗਈ ਹੈ ਕਿ ਮੈਂ ਪਰਾਏ ਬੂਏ ਨੂੰ ਨਹੀਂ ਤੱਕਣਾ। ਆਈ ਡੋਂਟ ਹੈਵ ਟੂ ਕੰਪੇਅਰ ਵਿਦ ਐਨੀਬੋਡੀ ਐਲਸ। ਜਦੋਂ ਅਸੀਂ ਦੂਜੇ ਨਾਲ ਕੰਪੇਅਰ ਕਰਨਾ ਛੋੜ ਦਿਆਂਗੇ ਨਾ, ਸਾਨੂੰ ਆਪਣੇ 'ਤੇ ਮਾਣ ਆ ਜਾਏਗਾ। ਅਸੀਂ ਦੂਜੇ ਦੇ ਨਾਲ ਨੱਕ ਨਹੀਂ ਨਾਪਾਂਗੇ, ਉਹਦੀ ਨੱਕ ਸੁੰਦਰ ਹੈ, ਮੇਰੀ ਨੱਕ ਫੀਨੀ ਹੈ। ਦੂਜੇ ਦਾ ਰੰਗ ਸੁੰਦਰ ਹੈ, ਮੇਰਾ ਰੰਗ ਕਾਲਾ ਹੈ। ਦੂਜੇ ਦਾ ਕੱਦ ਉੱਚਾ ਹੈ, ਮੇਰੇ ਕਾਕੇ ਦਾ ਰੰਗ ਕੱਦ ਨੀਵਾਂ ਹੈ। ਜਦੋਂ ਇਸ ਕਿਸਮ ਦੀਆਂ ਗੱਲਾਂ ਵਿੱਚ ਅਸੀਂ ਪੈਂਦੇ ਹਾਂ ਨਾ, ਸਾਨੂੰ ਆਪਣੇ 'ਤੇ ਮਾਣ ਨਹੀਂ ਰਹਿੰਦਾ ਕਿ ਮੈਨੂੰ ਰੱਬ ਜੀ ਨੇ ਕੰਪਲੀਟ ਬੀਇੰਗ ਬਣਾਇਆ। ਆਈ ਸ਼ੁੱਡ ਬੀ ਪ੍ਰਾਊਡ ਆਫ ਇਟ। ਬਾਇਓਮੀਟ੍ਰਿਕ ਅੱਜ ਕੱਲ੍ਹ ਸਿਸਟਮਸ ਨਿਕਲੇ ਨੇ, ਉਹਦੇ ਵਿੱਚ ਉਹ ਬੈਂਕਿੰਗ ਸਿਸਟਮ ਵਿੱਚ ਉਹ ਕਹਿ ਰਹੇ ਨੇ ਕਿ ਇੱਕ ਵਾਰੀ ਤੁਹਾਡੀ ਅੱਖ, ਜਿਸ ਤਰ੍ਹਾਂ ਅਸੀਂ ਅਮਰੀਕਾ ਐਂਟਰ ਕਰਦੇ ਹਾਂ ਤਾਂ ਉਹ ਕੈਮਰੇ ਨਾਲ ਸਾਡੀ ਅੱਖ ਦੇਖ ਲੈਂਦੇ ਨੇ, ਅੱਖ ਤੋਂ ਪਤਾ ਲੱਗ ਜਾਂਦਾ ਕਿ ਹਾਂ ਇਹ ਭੁਪਿੰਦਰ ਸਿੰਘ ਹੀ ਹੈ, ਉਹਨਾਂ ਕੋਲ ਆ ਗਿਆ। ਇਸ ਤਰ੍ਹਾਂ ਹੀ ਇਹ ਫਿੰਗਰ ਪ੍ਰਿੰਟਸ ਜਾਂ ਪਾਮ ਦੇ ਕਲਾਈ ਦੇ ਪ੍ਰਿੰਟਸ ਲੈ ਲੈਂਦੇ ਨੇ। ਜਦੋਂ ਤੱਕ ਕੋਈ ਉਹ ਪ੍ਰਿੰਟ ਮੈਚ ਨਹੀਂ ਕਰੇਗਾ, ਬੈਂਕ ਦਾ ਅਕਾਊਂਟ ਖੁੱਲ੍ਹੇਗਾ ਨਹੀਂ, ਆਪਰੇਟ ਨਹੀਂ ਹੋਏਗਾ। ਖੂਨੀ ਖੂਨ ਕਰ ਜਾਂਦਾ ਹੈ। ਪਰ ਜੇਕਰ ਉੱਥੇ ਇੱਕ ਵੀ ਵਾਲ ਪਿਆ ਹੋਵੇ, ਜਿਸ ਨੂੰ ਅੱਜ ਦੁਨੀਆ ਡੈਡ ਸਮਝਦੀ ਹੈ, ਇਹ ਵਾਲ ਲਾਈਵ ਕਲਚਰ ਵਾਲੇ ਸਾਡੇ ਕੋਲ ਸਤਿਗੁਰ ਰੱਬ ਨੇ ਸਾਡੇ ਨਾਲ ਜੋੜੇ ਹੋਏ ਨੇ। ਉੱਥੇ ਵਾਲ ਪਿਆ ਹੋਏ ਤਾਂ ਵਾਲ 'ਚੋਂ DNA ਲੱਭ ਲੈਂਦੇ ਨੇ ਅਤੇ ਖੂਨੀ ਨੂੰ ਲੱਭ ਲੈਂਦੇ ਨੇ। ਇਹਦਾ ਮਤਲਬ ਇਹ ਸਾਰਾ ਕੁਛ ਰੱਬ ਜੀ ਨੇ ਸਾਨੂੰ ਬੜਾ ਲਾਈਵ ਬਣਾ ਕੇ ਦਿੱਤਾ। ਪਰ ਜਿਸ ਨੂੰ ਆਪਣੇ ਸਰੂਪ 'ਤੇ ਮਾਣ ਨਾ ਰਵੇ, ਆਈਡੈਂਟੀਟੀ ਕ੍ਰਾਈਸਿਸ ਵਿੱਚ ਫਸ ਜਾਏ, ਤਾਂ ਫਿਰ ਉਹ ਇਸ ਸਰੂਪ ਨੂੰ ਵਿਗਾੜਨਾ ਸ਼ੁਰੂ ਕਰਦਾ। ਫਿਰ ਉਹ ਰੱਬ ਜੀ ਦੀ ਬਣਾਈ ਹੋਈ ਕਿਰਤ ਨੂੰ ਕੁਛ ਕੱਟ ਵੱਢ ਕਰਨੀ ਸ਼ੁਰੂ ਕਰ ਦਿੰਦਾ, ਕਿਉਂਕਿ ਉਹਨੂੰ ਆਈਡੈਂਟੀਟੀ ਕ੍ਰਾਈਸਿਸ ਹੋ ਗਏ ਨੇ। ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਸਾਨੂੰ ਸਿਖਾ ਰਹੇ ਨੇ। ਜਦੋਂ ਮੈਂ ਆਇਆ ਤੇ ਭਾਈ ਸਾਹਿਬ ਜੀ ਇੱਕ ਸ਼ਲੋਕ ਪੜ੍ਹ ਰਹੇ ਸਨ, ਮੈਨੂੰ ਅਚਾਨਕ ਦਿਲ ਕਰ ਆਇਆ, ਉਹ ਅਸੀਂ ਉਹਨੂੰ ਗਾਉਂਦੇ ਹਾਂ। ਗਾ ਰਹੇ ਸਨ, ਨਾਨਕ ਤਿਨਾ ਬਸੰਤ ਹੈ, ਨਾਨਕ ਤਿਨਾ ਬਸੰਤ ਹੈ।
नानक तिना बसंत है, नानक तिना बसंत है, जिन कर वस्या कंत, जिन कर वस्या कंत, जिन कर वस्या कंत, नानक तिना बसंत है, नानक तिना बसंत, जिनके कंत दिशा पूरी, जिनके कंत दिशा पूरी, से ऐनिस फिरे जलंत, ऐनिस फिरे जलंत, से ऐनिस फिरे जलंत, नानक तिना बसंत है, नानक तिना, नानक तिना, नानक तिना बसंत है। उन्हां वास्ते है सिर्फ ए वाले महीने बसंत स्प्रिंग नहीं होंदा, जिन्हां दे हिरदे विच रब जी हमेशा रहिंदे ने, रब रूपी पति। पर जिन्हां दे हिरदे विच रब जी ना रहन, जिहड़े रब जी नूं बाहर कढ देन, रब जी बाहर कढण दा मतलब की है कि रब जी घर आए हैं तो मैं पराए बूहे ते बैठा, मैं घर ही नहीं हाँ, मेरे घर मेहमान आया और मैं घर ही नहीं हाँ। साढ़े घर जो मम्मी पापा ना होण ते असीं छोटे होइए और साढ़े घर मेहमान आ जाए, असीं कहते अंकल तुसीं बैठो, उन्हें मम्मी साढ़े घर कोई आया है, क्यों मम्मी घर नहीं है, पापा घर नहीं है, आया मेहमान घर है। साढ़े घर रब जी आए और असीं घर नहीं सां। पर जिनके कंत दिशापुरी से ऐनिस फिरे जलंत, वो दिन रात सड़ते रहते ने, दूजिया नाल कंपीटीशन करके। ਉਹਦੇ ਕੋਲ 1 ਲੱਖ ਦਾ ਹਾਰ ਹੈ, ਉਹਦੇ ਕੋਲ ਡਾਇਮੰਡ ਦਾ ਹਾਰ ਹੈ, ਉਹਦੀ ਸੱਸ ਨੇ ਉਹਨੂੰ ਚਾਬੀਆਂ ਵੀ ਦਿੱਤੀਆਂ ਹੋਈਆਂ, ਉਹ ਕਹਿੰਦਾ ਉਹਦੀ ਵੋਟੀ ਬੜੀ ਚੰਗੀ ਹੈ, ਉਹ ਰੋਟੀ ਪਕਾਉਂਦੀ ਹੈ, ਉਹ ਬੱਚਿਆਂ ਦਾ ਧਿਆਨ ਰੱਖਦੀ ਹੈ, ਤੂੰ ਮੇਰੇ ਵੱਲ ਧਿਆਨ ਹੀ ਨਹੀਂ ਕਰਦੀ। ਕੋਈ ਸੱਸ ਨੂੰ ਕਹਿੰਦੀ ਪਈ ਹੈ, ਕੋਈ ਨੂੰਹ ਸੱਸ ਨੂੰ, ਕੋਈ ਬੱਚੇ ਮਾਂ ਪਿਓ ਨੂੰ ਕਹਿ ਰਹੇ ਨੇ ਮੈਂ ਪਤਾ ਨਹੀਂ ਕਿਉਂ ਤੁਹਾਡੇ ਘਰ ਜੰਮ ਪਿਆ, ਫਲਾਣੇ ਮੰਮੀ ਪਾਪਾ ਚੰਗੇ ਨੇ, ਕੋਈ ਕਿਸੇ ਹੋਰ ਜਗ੍ਹਾ, ਕੋਈ ਹੋਰ ਜਗ੍ਹਾ। ਕਾਰਨ ਕੀ ਹੈ? ਦਿਨ ਰਾਤ ਦੂਜੇ ਨਾਲ ਕੰਪੇਅਰ ਕਰਕੇ ਜਲ ਰਹੇ ਹਾਂ। ਇਹ ਸਾੜਾ ਇੱਥੇ ਤੱਕ ਪਹੁੰਚ ਜਾਂਦਾ ਹੈ ਕਿ ਪਤੀ ਪਤਨੀ ਇੱਕ ਦੂਜੇ ਦੇ ਨਾਲ ਸੜ ਕੇ, ਦੂਜੇ ਵੱਲ ਦੇਖ ਕੇ ਡਿਵੋਰਸ ਲੈ ਕੇ ਦੂਜੇ ਕੋਲ ਚਲੇ ਜਾਂਦੇ ਹਨ। ਇਸੇ ਕਰਕੇ ਡਿਵੋਰਸ ਰੇਟ ਵੱਧ ਗਿਆ, ਇਸੇ ਕਰਕੇ ਇੱਕ ਦੂਜੇ ਦਾ ਮਰਡਰ ਕਰ ਦਿੰਦੇ ਨੇ, ਇਸੇ ਕਰਕੇ ਸਾਰੀਆਂ ਖੇਡਾਂ ਚੱਲਦੀਆਂ। ਤਾਂ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੇ ਵਾਸਤੇ ਹਮੇਸ਼ਾ ਬਸੰਤ ਹੈ, ਸਪਰਿੰਗ ਦੇ ਦਿਨ ਹਨ, ਜਿਹੜੇ ਆਪਣੇ ਹਿਰਦੇ ਘਰ 'ਚ ਰਹਿੰਦੇ ਹਨ, ਜਿਹੜੇ ਪਰਾਏ ਬੂਏ 'ਤੇ ਨਹੀਂ ਰਹਿੰਦੇ ਹਨ, ਜਿਹੜੇ ਪਰਾਏ ਬੂਏ ਵੱਲ ਝਾਤ ਮਾਰ ਕੇ ਦੇਖਦੇ ਹੀ ਨੇ, ਜਿਹੜੀ ਪਰਾਈ ਚੋਪੜੀ ਤੱਕਦੇ ਹੀ ਨਹੀਂ ਹਨ। ਵੇਖ ਪਰਾਈ ਚੋਪੜੀ ਨਾ ਤਰਸਾਈ ਜੀ, ਉਹ ਨਹੀਂ ਤਰਸਾਉਂਦੇ ਨੇ ਆਪਣੇ ਆਪ ਨੂੰ, ਉਹ ਆਪਣੇ ਇਸ ਜੀ ਨੂੰ ਦੁਖੀ ਨਹੀਂ ਕਰਦੇ ਨੇ, ਕਿਉਂਕਿ ਉਹ ਆਪਣੇ ਘਰ 'ਚ ਰਹਿਣਾ ਸਿੱਖ ਜਾਂਦੇ ਨੇ। ਰੋਜ਼ ਹਰਿਮੰਦਰ ਸਾਹਿਬ ਤੋਂ ਕੀਰਤਨ ਕੋਈ ਨਾ ਕੋਈ ਨਵੇਂ ਰਾਗੀ ਜੀ ਇਹ ਗਾਉਂਦੇ ਨੇ, ਔਰ ਅਸੀਂ ਰੋਜ਼ ਸੁਣਦੇ ਹਾਂ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਝਿਮ ਝਿਮ ਵਰਸਿਆ ਅੰਮ੍ਰਿਤ ਧਾਰਾ। ਉਹਦੇ ਵਿੱਚ ਕਹਿੰਦੇ ਨੇ ਘਰ ਵਿੱਚ सुख है सारा, सब किच घर में बाहर नहीं। रोज रोज तो सिखाते ने, रोज रोज तो गाते ने, पर असी घर क्यों नहीं रहते? अपनी हिरदे रूपी घर च रहना सीखिए। जे तू अकल लतीफ काले लिख ना लेख, काले लेख ने जे तू अपने घर नहीं रहिंदा, पराए घर झातियां मारदा रहिंदा। डोंट कंपेयर, अपने घर च रहा कर। जे नहीं रहिंदा ਤਾਂ ਸਮਝ ਇਹ ਤੇਰੇ ਕੋਲੋਂ ਜੀ ਲੈ ਲਿਆ, ਤੂੰ ਜਿਉਂਦਾ ਮੋਇਆ ਹੋਇਆ। ਪਿਛਲ ਰਾਤ ਨਾ ਜਾਗਿਓ ਜਿਉਂਦੜੋਂ ਮੋਏ ਹੋਏ। ਤੂੰ ਜਿਉਂਦਿਆਂ ਨਹੀਂ ਮਰਨਾ, ਤੂੰ ਹਮੇਸ਼ਾ ਸਦ ਬਸੰਤ ਵਾਲਾ ਜੀਵਨ ਲਿਖਣਾ, ਮੌਲੀ ਧਰਤੀ ਮੌਲਿਆ ਆਕਾਸ਼ ਵਾਲਾ ਜੀਵਨ ਜੀਣਾ। ਤੇ ਪਰਾਏ ਬੂਏ ਤੇ ਨਾ ਰੱਖ ਰਿਹਾ ਕਰ, ਛਾੜ ਪਰਾਈ ਤਾਤ ਮੂੜੇ, ਇਆਂ ਬਸਣਾ ਰਾਤ ਮੂੜੇ। ਇਹ ਸਮਝ ਕਿੱਥੋਂ ਆਉਂਦਾ? ਸਤਿਗੁਰ ਸੱਚ ਦੀ ਸੰਗਤ ਵਿੱਚ ਸਮਝਾਉਂਦਾ, ਤੇ ਸੱਚ ਦੀ ਸੰਗਤ ਵਿੱਚ ਸਮਝ ਆ ਜਾਂਦਾ ना को बैरी नहीं बिगाना, सगल संग हमको बन्याई। कोशिश की है कि असी पराए बूए तो अपने बूए ते आ जाइए, अपने हिरदे रूपी घर च आ जाइए। फिर 3 सद बसंत वाला जीवन
ਸਾਨੂੰ ਪ੍ਰਾਪਤ ਹੋ ਸਕਦਾ, ਅਸੀਂ ਹਮੇਸ਼ਾ ਖਿੜੇ ਰਹਿ ਸਕਦੇ ਹਾਂ। ਇਹ ਦਿਨ ਰਾਤ ਜਲਦੇ ਨਹੀਂ ਰਵਾਂਗੇ। ਜਲਦੇ ਅਸੀਂ ਕਦੋਂ ਆ? ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਸਾਂ, ਇਸ ਮਨ ਕੋ ਬਸੰਤ ਕੀ ਲਗੈ ਨਾ ਸੋਏ। ਇਸ ਮਨ ਨੂੰ ਇਹ ਬਸੰਤ ਚੜ੍ਹਿਆ ਹੋਇਆ ਬਾਹਰ, ਇਹਦੀ ਸੋ ਖੁਸ਼ਬੂ ਨਹੀਂ ਲੱਗਦੀ ਹੈ। ਕਾਰਨ ਕੀ ਹੈ? ਇਹ ਮਨ ਜਲਿਆ ਦੂਜੇ ਦੋਏ, ਇਹ ਦੂਜੇ ਦੇ ਨਾਲ ਦਵੈਤ ਕਰਕੇ, ਕੰਪੀਟੀਸ਼ਨ ਕਰਕੇ, ਹਾਏ ਉਹਨਾਂ ਕੋਲ ਹੈ ਸਾਡੇ ਕੋਲ ਨਹੀਂ ਹੈ, ਸਾੜਾ ਕਰਕੇ, ਕੰਪੇਅਰ ਕਰ ਕਰਕੇ ਜਲਦਾ ਰਹਿੰਦਾ ਹੈ। ਪਰ ਪਰਾਏ ਬੂਹੇ 'ਤੇ ਨਹੀਂ ਬਹਿਣਾ, ਆਪਣੇ ਹਿਰਦੇ ਰੂਪੀ ਘਰ ਵਿੱਚ ਵਾਪਸ ਆਉਣਾ, ਇੰਟਰੋਸਪੈਕਸ਼ਨ ਵਾਲਾ ਜੀਵਨ ਸਿੱਖਣਾ, ਤਾਂ ਫਿਰ ਅਸੀਂ ਮਤ ਸ਼ਰਮਿੰਦਾ ਥੀਵੇਂ ਹੀ ਸਾਈਂ ਦੇ ਦਰਬਾਰ ਵਾਲਾ ਜੀਵ ਸਿੱਖ ਜਾਵਾਂਗੇ। ਸਾਨੂੰ ਪ੍ਰਫੁੱਲਤਾ ਆ ਜਾਏਗੀ।